हाँ जी, सत श्री अकाल जी। स्वागत है तुहाडा सारिਆਂ ਦਾ ਤੁਹਾਡੇ ਆਪਣੇ YouTube ਚੈਨਲ RSP ਇੰਸਟੀਚਿਊਟ 'ਤੇ। ਦੋਸਤੋ ਜੀਕੇ ਦੇ ਪ੍ਰਸ਼ਨ ਲੈ ਕੇ ਆਏ ਹਾਂ। ਭਾਗ ਹੈ ਜੀ ਪਹਿਲਾ, ਭਾਰਤੀ ਰਾਜਨੀਤਿਕ ਅਤੇ ਸੰਵਿਧਾਨ ਨਾਲ ਸੰਬੰਧਿਤ ਜੀਕੇ ਦੇ ਪ੍ਰਸ਼ਨ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ ਜੀ, ਪੰਜਾਬ ਪੁਲਿਸ ਦਾ ਅਤੇ ਜੋ ਜੇਲ੍ਹ ਵਾਰਡਨ ਦਾ ਪੇਪਰ ਆਉਣ ਵਾਲੇ ਸਮੇਂ ਵਿੱਚ ਲਿਆ ਜਾਣਾ ਹੈ। ਸੋ ਇਹ ਇੰਪੋਰਟੈਂਟ ਪ੍ਰਸ਼ਨ ਨੇ ਜੀ। ਵੀਡੀਓ ਤੁਸੀਂ ਪੂਰੀ ਵੇਖਿਓ ਔਰ ਅੱਗੇ ਸ਼ੇਅਰ ਜ਼ਰੂਰ ਕਰਿਓ ਅਤੇ ਇਸ ਨਾਲ ਰਿਲੇਟਡ ਪ੍ਰਸ਼ਨ ਜੋ ਨੇ ਤੁਹਾਨੂੰ ਪੇਪਰ ਵਿੱਚ ਜ਼ਰੂਰ ਵੇਖਣ ਨੂੰ ਮਿਲਣਗੇ। ਅਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ, ਜੇਕਰ ਚੈਨਲ 'ਤੇ ਤੁਸੀਂ ਨਵੇਂ ਆਏ ਹੋ ਜੀ, ਚੈਨਲ ਸਬਸਕ੍ਰਾਈਬ ਕਰ ਲੈਣਾ ਔਰ ਬੈਲ ਆਈਕਨ 'ਤੇ ਪ੍ਰੈਸ ਕਰ ਦੇਣਾ ਤਾਂ ਕਿ ਜੋ ਆਉਣ ਵਾਲੇ ਪੇਪਰਾਂ ਦੀਆਂ ਜੋ ਲੇਟੈਸਟ ਅਪਡੇਟਸ ਹੋਣਗੀਆਂ ਅਤੇ ਤਿਆਰੀ ਸੰਬੰਧੀ ਵੀਡੀਓਜ਼ ਤੁਹਾਨੂੰ ਰੈਗੂਲਰ ਤੌਰ 'ਤੇ ਸਾਡੇ ਇਸ ਚੈਨਲ 'ਤੇ ਮਿਲਦੀਆਂ ਰਹਿਣਗੀਆਂ। ਸੋ ਦੋਸਤੋ ਵੀਡੀਓ ਕਰ ਲੈਂਦੇ ਹਾਂ ਜੀ ਸਟਾਰਟ। ਪਹਿਲਾ ਪ੍ਰਸ਼ਨ ਹੈ ਜੀ, ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਲੋਕ ਸਭਾ ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਲਈ ਰਿਜ਼ਰਵੇਸ਼ਨ ਰੱਖਿਆ ਗਿਆ ਹੈ? ਠੀਕ ਹੈ ਜੀ। ਸੋ ਇਹਦੇ ਆਪਸ਼ਨ ਨੇ, ਆਪਸ਼ਨ ਏ ਹੈ ਜੀ 330, ਆਪਸ਼ਨ ਬੀ ਹੈ ਜੀ 332, ਆਪਸ਼ਨ ਸੀ ਹੈ ਜੀ 222 ਔਰ ਆਪਸ਼ਨ ਡੀ ਹੈ ਜੀ 345। 5 ਸੈਕਿੰਡ ਦੇਵਾਂਗੇ ਜੀ, ਫਿਰ ਇਹਦਾ ਆਨਸਰ ਦੱਸਾਂਗੇ। ਸੋ ਇਹਦਾ ਆਨਸਰ ਹੋਏਗਾ ਜੀ ਆਪਸ਼ਨ ਏ ਹੋਏਗਾ ਜੀ। ਆਪਸ਼ਨ ਏ ਦਾ ਰਾਈਟ ਆਨਸਰ ਹੈ। ਸੋ ਇਹਦਾ ਇੰਪੋਰਟੈਂਟ ਨੋਟਸ ਵੀ ਜਾਣਾਂਗੇ। ਭਾਰਤੀ ਸੰਵਿਧਾਨ ਦੇ ਵਿੱਚ ਅਨੁਛੇਦ 330 ਦੇ ਤਹਿਤ ਲੋਕ ਸਭਾ ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਲਈ ਰਿਜ਼ਰਵੇਸ਼ਨ ਰੱਖਿਆ ਗਿਆ ਹੈ। ਸੋ ਆਪਸ਼ਨ ਏ ਹੈ ਜੀ ਦਾ ਰਾਈਟ ਆਨਸਰ। ਚੱਲਾਂਗੇ ਅਗਲੇ ਕੁਐਸਚਨ 'ਤੇ ਜੀ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦਾ ਨਵਾਂ ਖੇਤਰ ਕਿਸ ਹਾਈ ਕੋਰਟ ਦੀ ਦੇਖ ਰੇਖ ਵਿੱਚ ਆਉਂਦਾ ਹੈ? ਠੀਕ ਹੈ ਜੀ। ਸੋ ਇਹਦੇ ਆਪਸ਼ਨ ਨੇ, ਆਪਸ਼ਨ ਏ ਹੈ ਜੀ ਪੋਰਟ ਬਲੇਅਰ ਵਿੱਚ ਬੰਬੇ ਹਾਈ ਕੋਰਟ ਦੀ ਸਰਕਟ ਬੈਂਚ। ਆਪਸ਼ਨ ਬੀ ਹੈ ਜੀ ਪੋਰਟ ਬਲੇਅਰ ਵਿੱਚ ਕੋਲਕਾਤਾ ਹਾਈ ਕੋਰਟ ਦੀ ਸਰਕਟ ਬੈਂਚ। ਆਪਸ਼ਨ ਸੀ ਹੈ ਜੀ ਪੋਰਟ ਬਲੇਅਰ ਵਿੱਚ ਮਦਰਾਸ ਹਾਈ ਕੋਰਟ ਦੀ ਸਰਕਟ ਬੈਂਚ ਔਰ ਆਪਸ਼ਨ ਡੀ ਹੈ ਜੀ ਪੋਰਟ ਬਲੇਅਰ ਵਿੱਚ ਸੁਪਰੀਮ ਕੋਰਟ ਹਾਈ ਕੋਰਟ ਦੀ ਸਰਕਟ ਬੈਂਚ। ਆਪਸ਼ਨ ਬੀ ਹੋਏਗਾ ਜੀ ਰਾਈਟ ਆਨਸਰ ਇਹਦਾ। ਪੋਰਟ ਬਲੇਅਰ ਵਿੱਚ ਕਲਕੱਤਾ ਹਾਈ ਕੋਰਟ ਦੀ ਸਰਕਟ ਬੈਂਚ ਇਹਦਾ ਰਾਈਟ ਆਨਸਰ ਹੈ। ਇੰਪੋਰਟੈਂਟ ਨੋਟਸ ਜੀ, ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਨਿਆਂ ਖੇਤਰ ਦੇ ਨਿਆਂ ਦਾ ਕਾਰਜ ਪੋਰਟ ਬਲੇਅਰ ਵਿੱਚ ਕਲਕੱਤਾ ਹਾਈ ਕੋਰਟ ਦੀ ਬੈਂਚ ਕਰਦੀ ਹੈ। ਠੀਕ ਹੈ ਜੀ। ਸੋ ਆਪਸ਼ਨ ਬੀ ਇਹਦਾ ਰਾਈਟ ਆਨਸਰ ਹੈ ਜੀ। ਚੱਲਾਂਗੇ ਅਗਲੇ ਕੁਐਸਚਨ 'ਤੇ ਜੀ। ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦੀਪ ਦੇ ਨਿਆਂ ਖੇਤਰ ਦਾ ਕਾਰਜ ਕਿਹੜੀ ਹਾਈ ਕੋਰਟ ਕਰਦੀ ਹੈ? ਸੋ ਇਹਦੇ ਆਪਸ਼ਨ ਨੇ ਜੀ, ਆਪਸ਼ਨ ਏ ਜੀ ਤਮਿਲਨਾਡੂ ਹਾਈ ਕੋਰਟ, ਆਪਸ਼ਨ ਬੀ ਹੈ ਜੀ ਕੇਰਲਾ ਹਾਈ ਕੋਰਟ, ਆਪਸ਼ਨ ਸੀ ਹੈ ਜੀ ਕਲਕੱਤਾ ਹਾਈ ਕੋਰਟ, ਆਪਸ਼ਨ ਡੀ ਹੈ ਜੀ ਬੰਬੇ ਹਾਈ ਕੋਰਟ। ਸੋ ਆਪਸ਼ਨ ਬੀ ਕੇਰਲ ਹਾਈ ਕੋਰਟ ਦਾ ਰਾਈਟ ਆਨਸਰ ਹੋਏਗਾ ਜੀ। ਕੇਰਲ ਹਾਈ ਕੋਰਟ ਕੇਰਲ ਅਤੇ ਲਕਸ਼ਦੀਪ ਦਾ ਹਾਈ ਕੋਰਟ ਹੈ। ਇਹ ਕੋਚੀ ਵਿੱਚ ਸਥਿਤ ਹੈ ਜੀ ਅਤੇ ਇਸ ਦੀ ਜੋ ਸਥਾਪਨਾ ਹੈ 1956 ਵਿੱਚ ਹੋਈ ਸੀ। ਠੀਕ ਹੈ ਜੀ। ਉਹ ਇਹਦੇ ਇੰਪੋਰਟੈਂਟ ਨੋਟਸ ਨੇ। ਸੋ ਇਹਦਾ ਬੀ ਆਪਸ਼ਨ ਕੇਰਲ ਹਾਈ ਕੋਰਟ ਇਹਦਾ ਰਾਈਟ ਆਨਸਰ ਹੈ ਜੀ। ਚੱਲਾਂਗੇ ਜੀ ਅਗਲੇ ਕੁਐਸਚਨ 'ਤੇ। ਸੁਪਰੀਮ ਕੋਰਟ ਦੇ ਜੱਜਾਂ ਦੀ ਸੰਖਿਆ ਨੂੰ ਕੌਣ ਬਦਲ ਸਕਦਾ ਹੈ? ਆਪਸ਼ਨ ਏ ਹੈ ਜੀ ਰਾਸ਼ਟਰਪਤੀ ਦਾ ਆਦੇਸ਼, ਆਪਸ਼ਨ ਬੀ ਹੈ ਜੀ ਕਾਨੂੰਨ ਦੁਆਰਾ ਸੰਸਦ, ਆਪਸ਼ਨ ਸੀ ਹੈ ਜੀ ਸੁਪਰੀਮ ਕੋਰਟ ਦੀ ਅਧਿਸੂਚਨਾ ਔਰ ਆਪਸ਼ਨ ਡੀ ਹੈ ਜੀ ਕੇਂਦਰ ਸਰਕਾਰ ਦੀ ਅਧਿਸੂਚਨਾ। ਬੀ ਆਪਸ਼ਨ ਇਹਦਾ ਰਾਈਟ ਆਨਸਰ ਹੋਏਗਾ ਜੀ, ਕਾਨੂੰਨ ਦੁਆਰਾ ਸੰਸਦ। ਸੰਸਦ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਜੀ। ਸੰਸਦ ਕਾਨੂੰਨ ਦੁਆਰਾ ਜੱਜਾਂ ਦੀ ਸੰਖਿਆ ਨੂੰ ਬਦਲ ਸਕਦੀ ਹੈ। ਸ਼ੁਰੂ ਵਿੱਚ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਸੰਖਿਆ 7 ਸੀ, ਜੋ ਜੱਜਾਂ ਦੀ ਗਿਣਤੀ ਸੀ ਉਹ 7 ਸੀ ਜੀ। ਅਤੇ ਇਹ ਸੰਖਿਆ 1956 ਵਿੱਚ 10 ਹੋਈ, 1960 ਵਿੱਚ 13 ਹੋਈ, 1977 ਵਿੱਚ 17 ਹੋਈ ਅਤੇ 1985 ਵਿੱਚ 25 ਹੋ ਗਈ ਸੀ ਅਤੇ ਹੁਣ ਵਰਤਮਾਨ ਸਮੇਂ ਵਿੱਚ ਇਸ ਦੀ ਸੰਖਿਆ ਜੀ 31 ਹੈ।
ठीक है जी। सो ये दे इंपॉर्टेंट नोट्स ने। सो बी कानून द्वारा संसद का राइट आंसर है जी। नैक्सट क्वेश्चन ते चलांगे। सुप्रीम कोर्ट के जज, ठीक है जी, मुख न्यायाधीश के रूप में कार्य करने लिए एक व्यक्ति को हाई कोर्ट में घੱਟ तो घੱਟ किन्ने साल का तजर्बा एक्सपीरियंस होना चाहिए है। सो ये ऑप्शन ने, ऑप्शन ए है जी 10 साल, बी ऑप्शन है 12 साल, सी ऑप्शन है 15 साल और डी है 20 साल। सो इसका राइट आंसर होएगा जी ऑप्शन ए होएगा इसका राइट आंसर 10 साल जी। सुप्रीम कोर्ट का जज बनने ਲਈ एक प्रमुख योग्यता है कि व्यक्ति को घੱਟ तो घੱਟ 10 साल तक किसी हाई कोर्ट में जज के रूप में अपन सेवावां दे चुका हो। ठीक है जी। जो सुप्रीम कोर्ट का जज बनने ਲਈ एक व्यक्ति को जो हाई कोर्ट्स होंदियां ने उन्होंने 10 साल का एक्सपीरियंस होना चाहिए है, तो फिर किते जाके वो सुप्रीम कोर्ट का जज बनने ਲਈ जो है अप्लाई कर सकता है, जो जज बन सकता है सुप्रीम कोर्ट का। ठीक है जी। सो ये ऑप्शन 10 साल का राइट आंसर है। अगला क्वेश्चन जी, दिल्ली ਨੂੰ एनसीटी राष्ट्रीय राजधानी प्रदेश संविधान के किस संशोधन नाल बनाया गया सी। ऑप्शन ए है जी 63वां संशोधन, बी ऑप्शन है जी 69वां संशोधन, सी ऑप्शन है 74वां संशोधन, डी ऑप्शन है 76वां संशोधन। ऑप्शन बी होएगा राइट आंसर जी 69वां संशोधन। और 69वां संशोधन 1991 में होया, जिस दे अंतर्गत दिल्ली नूं केंद्र शासित प्रदेश का दर्जा दिता गया। ठीक है जी। एनसीटी की जो स्थापना हुई सी वो 1 फरवरी 1992 नूं पूरी हुई। सो बी ऑप्शन इसका 69वां संशोधन इसका राइट आंसर है जी। चलते हैं अगले क्वेश्चन पे। भारत में 3 रूपी पंचायती प्रणाली कितनी जनसंख्या वाले राज्यों में है। ऑप्शन ए है जी 15 लाख, बी ऑप्शन है 25 लाख, सी ऑप्शन है 20 लाख, डी ऑप्शन है 30 लाख। ऑप्शन सी होएगा जी राइट आंसर 20 लाख। 3 रूपी पंचायती प्रणाली ग्राम पंचायत, पंचायत समिति, जिला पंचायत सिर्फ वही राज्यों में है जिन्हों की आबादी 20 लाख तो ऊपर है। ठीक है जी। सो सी ए दा राइट आंसर है 20 लाख। चलांगे अगले क्वेश्चन पे जी। भारत में एक राज्य में कार्यकारी शक्ति के संदर्भ में हेठा लिखिया विचों केड़ा कथन सही है। ऑप्शन ए है जी राज्य की कार्यकारी शक्ति राज्यपाल को मौजूद है। ऑप्शन बी है जी राज्य में वास्तविक कार्यकारी प्राधिकरण मंत्री परिषद है। सी ऑप्शन है जी राज्य में सारे कार्यकारिणी ऐलान जो होंगे वो मुख्यमंत्री के नाम से लिया जाता है। डी इन्हां विच कोई नहीं। सो ऑप्शन ए 1 और 2 जो कथन है ये सही है जी। ठीक है जी। ऑप्शन 1 और 2 जो इंपॉर्टेंट फैक्ट ने वो भी जान लेने। तीजा बयान सही नहीं है क्योंकि राज्य में कार्यकारिणी निर्णय राज्यपाल के नाम से ही लिया जाता है। सो ऑप्शन ए 1 और 2 कथन जो इसका राइट आंसर होएगा जी। चलांगे जी अगले क्वेश्चन पे। हेठा लिखिया विचों कौन राज्यपाल नूं उसके कार्यकाल तो हटा सकता है। ऑप्शन है जी राज्य की विधान सभा, बी ऑप्शन है जी संसद पार्लीमेंट, सी ऑप्शन है जी राष्ट्रपति प्रेजिडेंट, डी इन्हां विचों कोई भी नहीं। ऑप्शन सी होएगा जी राष्ट्रपति इसका राइट आंसर है। राज्यपाल राष्ट्रपति के अनुकूल कार्य करता है और राष्ट्रपति जो प्रेजिडेंट है वो राज्यपाल नूं हटा सकता है। तो ऑप्शन सी राष्ट्रपति इसका जो है राइट आंसर होएगा जी।
ਚੱਲਾਂਗੇ ਜੀ ਲਾਸਟ ਕੁਐਸਚਨ ਤੇ। ਚੋਣ ਆਯੋਗ ਦੇ ਬਾਰੇ ਵਿੱਚ ਕਿਹੜਾ ਕਥਨ ਸਹੀ ਹੈ? ਆਪਸ਼ਨ ਏ ਹੈ ਜੀ, ਇਹ ਇੱਕ ਸੁਤੰਤਰ ਅਤੇ ਸੰਵਿਧਾਨਿਕ ਹੈ। ਆਪਸ਼ਨ ਬੀ ਹੈ ਜੀ, ਇਹਦੇ ਵਿੱਚ 6 ਸਾਲ ਦਾ ਕਾਰਜਕਾਲ ਰੱਖਣ ਵਾਲੇ ਮੈਂਬਰਾਂ ਦਾ ਸਮਾਵੇਸ਼ ਹੁੰਦਾ ਹੈ। ਆਪਸ਼ਨ ਸੀ ਹੈ ਜੀ, ਇਹ ਰਾਜਨੀਤਿਕ ਦਲਾਂ ਨੂੰ ਮਾਨਤਾ ਦੇਣ ਨਾਲ ਸੰਬੰਧਿਤ ਵਿਵਾਦਾਂ ਦੇ ਸੁਝਾਵਾਂ ਦੇ ਲਈ ਇੱਕ ਅਦਾਲਤ ਦੇ ਰੂਪ ਵਿੱਚ ਕਾਰਜ ਕਰਦਾ ਹੈ। ਔਰ ਆਪਸ਼ਨ ਡੀ ਹੈ ਜੀ, ਅਖਿਲ ਭਾਰਤੀ ਸੰਦਰਭ ਵਿੱਚ ਇਹ ਗ੍ਰਾਮ ਪੰਚਾਇਤ ਅਤੇ ਰਾਜ ਨਗਰ ਪਾਲਿਕਾਵਾਂ ਦੇ ਚੋਣਾਂ ਤੋਂ ਵੀ ਚਿੰਤਤ ਹੈ। ਸੋ ਆਪਸ਼ਨ ਬੀ ਹੋਏਗਾ ਜੀ ਇਹਦਾ ਰਾਈਟ ਆਂਸਰ। ਇਹਦੇ 6 ਸਾਲ ਦਾ ਕਾਰਜਕਾਲ ਰੱਖਣ ਵਾਲੇ ਮੈਂਬਰਾਂ ਦਾ ਸਮਾਵੇਸ਼ ਹੁੰਦਾ ਹੈ। ਠੀਕ ਹੈ ਜੀ, ਸੋ ਆਪਸ਼ਨ ਬੀ ਇਹਦਾ ਰਾਈਟ ਆਂਸਰ ਹੈ। ਸੋ ਇਹ ਸਨ ਜੀ ਆਪਣੇ ਜੀਕੇ ਦੇ ਕੁਐਸਚਨ, ਆਪਣੇ ਭਾਰਤੀ ਰਾਜਨੀਤਿਕ ਅਤੇ ਕੰਸਟੀਟਿਊਸ਼ਨ ਨਾਲ ਸੰਬੰਧਿਤ ਇਹ ਜੀਕੇ ਦੇ ਪ੍ਰਸ਼ਨ ਸੀ ਜੀ। ਭਾਗ ਪਹਿਲਾ ਸੀ। ਜੋ ਇਹਦੇ ਆਉਣ ਵਾਲੇ ਰਿਲੇਟਡ ਪਾਰਟਸ ਹੋਣਗੇ ਉਹ ਵੀ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਇਸ ਚੈਨਲ 'ਤੇ ਮਿਲਦੇ ਰਹਿਣਗੇ। ਸੋ ਦੋਸਤੋ, ਵੀਡੀਓ ਚੰਗੀ ਲੱਗੀ ਹੋਵੇ ਲਾਈਕ ਔਰ ਸ਼ੇਅਰ ਕਰ ਦਿਓ ਜੀ, ਔਰ ਕਮੈਂਟ ਸੈਸ਼ਨ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਅਤੇ ਜੇਕਰ ਤੁਸੀਂ ਹਾਲੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰ ਦੇਣਾ, ਤਾਂ ਕਿ ਜੋ ਆਉਣ ਵਾਲੇ ਪੇਪਰ ਹੋਣਗੇ ਉਹਨਾਂ ਦੀ ਜੋ ਅਪਡੇਟਸ ਹੋਣਗੀਆਂ ਅਤੇ ਜੋ ਤਿਆਰੀ ਸੰਬੰਧੀ ਵੀਡੀਓਜ਼ ਤੁਹਾਨੂੰ ਰੈਗੂਲਰ ਤੌਰ 'ਤੇ ਸਾਡੇ ਇਸ ਚੈਨਲ 'ਤੇ ਮਿਲਦੀਆਂ ਰਹਿਣਗੀਆਂ ਜੀ। ਸੋ ਵੀਡੀਓ ਵੇਖਣ ਲਈ ਥੈਂਕ ਯੂ ਜੀ, ਧੰਨਵਾਦ।